ਤੋਂ ਰੇਤੇ ਦੇ ਟਿੱਪਰ ਨੂੰ ਰੋਕਣ ਲਈ ਪਿੰਡ ਸੇਲਕੀਆਣੇ ਦੇ ਲੋਕਾਂ ਨੇ ਧਰਨਾ ਲਗਾਇਆ ਹੋਇਆ ਸੀ। ਬੈਠੇ ਧਰਨਾਕਾਰੀਆਂ ਤੇ ਪੁਲਿਸ ਵੱਲੋਂ 28 ਲੋਕਾਂ ਤੇ ਪਰਚਾ ਦਰਜ ਕੀਤਾ ਗਿਆ ਸੀ। ਅੱਜ ਅਮਰਿੰਦਰ ਸਿੰਘ ਮੱਲੀ SDM ਫਲੌਰ ਦਫ਼ਤਰ ਪਹੁੰਚੇ। ਪਿੰਡ ਸੇਲਕੀਆਣੇ ਦੇ ਲੋਕਾਂ ਨੇ ਆਪਣਾ ਦੁੱਖੜਾ ਸੁਣਾਉਂਦੇ ਦੱਸਿਆ ਕਿ ਪਿੰਡ ਵਿੱਚੋਂ ਟਿੱਪਰ ਲੰਘਣ ਨਾਲ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਰੋਕਣ ਲਈ ਧਰਨਾ ਲਗਾਇਆ ਹੋਇਆ ਸੀ। ਪੁਲਿਸ ਨੇ ਸਾਡੇ ਉੱਪਰ ਧੱਕਾਸ਼ਾਹੀ ਕਰਕੇ ਪਰਚਾ ਦਰਜ ਕਰਕੇ ਸਾਡੇ ਘਰਾਂ ਵਿੱਚ ਕਾਫੀ ਭਾਰੀ ਫੋਰਸ ਲੈ ਕੇ ਰੇਡ ਮਾਰੀ, ਜਿਵੇਂ ਕਿ ਅਸੀਂ 2 ਨੰਬਰ ਦਾ ਕੰਮ ਕਰਦੇ ਹੋਈਏ। SDM ਫਲੌਰ ਨੂੰ ਮੰਗ ਪੱਤਰ ਦਿੱਤਾ ਕਿ ਉਹਨਾਂ ਤੇ ਕੀਤੇ ਝੂਠਾ ਪਰਚਾ ਰੱਦ ਕੀਤਾ ਜਾਵੇ। ਇਸ ਸੰਬੰਧੀ SDM ਅਮਰਿੰਦਰ ਸਿੰਘ ਮੱਲੀ ਫਲੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਜੋ ਫਾਰਮ ਰੇਤੇ ਦੀ ਖੱਡ ਮਨਜ਼ੂਰ ਲੈ ਕੇ ਚਲਾ ਰਿਹਾ, ਉਹਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਦੇ ਕੰਮ ਵਿੱਚ ਵਿਘਨ ਪੈ ਰਿਹਾ ਹੈ, ਜਿਸ ਕਰਕੇ ਪੁਲਿਸ ਨੇ ਕਾਰਵਾਈ ਕੀਤੀ ਹੈ। ਉਹਨਾਂ ਨੂੰ ਭਰੋਸਾ ਦਿਵਾਇਆ ਕਿ DSP ਫਲੌਰ ਮਾਮਲੇ ਦੀ ਜਾਂਚ ਕਰ ਰਹੇ ਹਨ। ਜਦ ਕਿ ਇਸ ਸੰਬੰਧੀ DSP ਹਰਨੀਲ ਸਿੰਘ ਨਾਲ ਗੱਲਬਾਤ ਕੀਤੀ ਤਾਂ DSP ਫਲੌਰ ਨੇ ਕਿਹਾ ਕਿ ਉਹਨਾਂ ਨੇ ਗਲਤ ਪਰਚਾ ਦਰਜ ਕੀਤਾ ਹੈ, ਜੋ ਲਿਖ ਕੇ ਦੇਣਗੇ ਉਸੇ ਹੀ ਜਾਂਚ ਕੀਤੀ ਜਾਵੇਗੀ। ਇਸ ਮੌਕੇ ਦਾਰਾ ਸਿੰਘ, ਸੁਰਜੀਤ ਸਿੰਘ ਸਮਰਾ ਅਤੇ ਪਿੰਡ ਵਾਸੀਆਂ ਤੇ ਇਲਾਕੇ ਲੋਕ ਭਾਰੀ ਗਿਣਤੀ ਵਿੱਚ ਸ਼ਾਮਲ ਸਨ। ਉਹਨਾਂ ਨੇ ਕਿਹਾ ਕਿ ਜੇਕਰ ਪਰਚਾ ਰੱਦ ਨਹੀਂ ਕੀਤਾ ਉਹ ਜਲਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਫਲੌਰ ਤੋਂ ਰਾਜਕੁਮਾਰ ਨੰਗਲ ਦੀ ਇੱਕ ਖਾਸ ਰਿਪੋਰਟ। ਸਾਬਕਾ ਪੰਚ ਜੀ, ਸਾਡੇ ਪਿੰਡ ਦੇ ਵਿੱਚ ਦੀ ਰੇਤੇ ਦੀਆਂ ਟਰਾਲੀਆਂ ਟਿੱਪਰ ਚੱਲ ਰਹੇ ਸੀ। ਉਹ ਅਸੀਂ ਨਾ ਪਿੰਡ ਵਾਲਿਆਂ ਦਾ ਕੁਝ ਨੁਕਸਾਨ ਜ਼ਿਆਦਾ ਹੋ ਰਿਹਾ। ਕਈ ਬੰਦੇ ਆਪਣੇ ਜ਼ਮੀਨਾਂ ਨੂੰ ਜਾਂਦੇ ਸਕੂਟਰਾਂ, ਮੋਟਰਸਾਈਕਲਾਂ, ਸਾਈਕਲਾਂ ਤੋਂ ਡਿੱਗੇ ਵੀ, ਸੱਟਾਂ ਪੇਟਾਂ ਵੀ ਖਾਧੀਆਂ, ਜਿਸ ਕਰਕੇ ਪਿੰਡ ਵਾਲਿਆਂ ਨੇ ਇੱਕ ਫੈਸਲਾ ਕਰ ਲਿਆ ਕਿ ਵੀ ਇਹਦੀ ਟੱਕ ਨਹੀਂ ਚੱਲਣਾ ਚਾਹੀਦਾ। ਟੱਕ ਚੱਲੇ ਪਰ ਸਾਡੇ ਪਿੰਡ ਦੇ ਰਸਤੇ ਕੋਈ ਗੱਡੀ, ਮੋਟਰ, ਟਰਾਲੀ, ਟਿੱਪਰ ਨਹੀਂ ਲੰਘਣਾ ਚਾਹੀਦਾ। ਜਦੋਂ ਅਸੀਂ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਰੋਕਣ ਦੀ ਕੋਸ਼ਿਸ਼ ਕੀਤੀ, ਜੋ ਟੱਕ ਵਾਲਿਆਂ ਦੇ ਬੰਦੇ ਆ ਜਿਹੜੇ, ਉਹਨਾਂ ਨੇ SHO ਸਾਹਿਬ ਨੇ ਸਾਨੂੰ ਬੁਲਾਇਆ, DSP ਸਾਹਿਬ ਨੇ ਬੁਲਾ ਕੇ ਸਾਡੀ ਸਾਰੀ ਪੰਚਾਇਤ ਨਾਲ ਮੀਟਿੰਗ ਕੀਤੀ। ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਾਰੇ ਪਿੰਡ ਦਾ ਇਹੀ ਫੈਸਲਾ ਆ ਵੀ ਨਹੀਂ, ਇਹਦੀ ਲੰਘਣ ਨਹੀਂ ਦੇਣਾ। ਸਾਡੇ ਪਿੰਡ ਦੇ ਵਿੱਚ ਕੋਈ ਖੱਡ ਜਿਹੜੀ ਮਨਜ਼ੂਰ ਨਹੀਂ ਆ। ਖੱਡ ਜਿਹੜੀ ਆ ਜਾਂ ਕੜਿਆਣੇ ਹੋਊਗੀ ਜਾਂ ਲਸਾੜੇ ਹੋਊਗੀ। ਰੇਤਾ ਵੀ ਕੜਿਆਣੇ ਤੋਂ ਚੁੱਕ ਹੋ ਰਿਹਾ ਤੇ ਲਸਾੜੇ ਤੋਂ ਚੁੱਕ ਹੋ ਰਿਹਾ। ਸਾਡੇ ਪਿੰਡ ਦੇ ਰਸਤੇ ਲਗਾ ਰਹੇ ਆ। ਲੋਕਾਂ ਨੇ ਜਦੋਂ ਇਸ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪ੍ਰਸ਼ਾਸਨ ਦਾ ਸਹਾਰਾ ਲੈ ਕੇ ਠੇਕੇਦਾਰਾਂ ਨੇ ਸਾਡੇ ਪਿੰਡ ਦੇ ਨਾਲ ਧੱਕੇਸ਼ਾਹੀ ਕੀਤੀ। ਮੇਰੇ ਤੇ ਆਪ ਤੇ ਵੀ ਪਰਚਾ ਕੀਤਾ ਤੇ ਮੇਰੇ ਨਾਲ ਜਿਹੜੇ ਸਾਥੀ ਖੜੇ ਆ, ਸਾਡੇ 8 ਬੰਦਿਆਂ ਦੇ ਪਰਚੇ 22 ਨੇਮ ਪਾਏ ਗਏ ਆ। 22 ਬੰਦਿਆਂ ਦੇ ਅਣਪਛਾਤੇ ਨਾਂ ਦਿੱਤੇ ਗਏ ਆ। ਜਿਸ ਬੰਦੇ ਨੂੰ ਨਹੀਂ ਇੱਕ ਇੱਕ ਕਰਕੇ ਚੁੱਕ ਲੈਣਾ। ਅਗਰ ਮੇਰੇ ਘਰ ਤੇ ਹਰਵੰਸ ਲਾਲ ਜੀ ਮੇਰੇ ਨਾਲ ਖੜੇ ਨੇ, ਸਾਡੇ ਘਰ ਪੁਲਿਸ ਜਾ ਕੇ ਸਾਨੂੰ ਚੁੱਕਣ ਵਾਸਤੇ ਵੀ ਗਈ ਆ, ਕੁੱਟ ਮਾਰਨ ਦੀ ਵੀ ਧਮਕੀ ਦਿੱਤੀ ਆ। ਮੇਰੇ ਬਾਪੂ ਜੀ ਨੇ ਮੇਰੇ ਘਰੇ ਜਾ ਕੇ ਉਹਨੂੰ ਗਾਲੀ ਗਲੋਚ ਵੀ ਕੀਤਾ ਔਰ ਮੇਰੇ ਕਮਰੇ ਦੇ ਤਲਾਸ਼ੀਆਂ ਕੀਤੀਆਂ, ਸਾਡੇ ਕਮਰਿਆਂ ਦੇ ਲੋਕ ਵੀ ਤੋੜੇ ਆ। ਇਹਨਾਂ ਦੀ ਜਿਹੜੀ ਘਰ ਦੀ ਮੈਸੇਜ ਸੀ, ਉਹ ਘਰ ਸੀ, ਆਪ ਵੀ ਘਰੇ ਨਹੀਂ ਸੀ, ਮੈਂ ਵੀ ਘਰੇ ਨਹੀਂ ਸੀ। ਕੁਝ ਬੰਦੇ ਚੰਗੇ ਸ਼ਬਦ ਇਹਦੇ ਘਰ ਦੀ ਨੂੰ ਵੀ ਬੋਲ ਕੇ ਆਏ ਆ। ਉਹ ਉਸ ਤੋਂ ਬਾਅਦ ਵਿੱਚ ਸਾਨੂੰ ਇਹਨਾਂ ਨੇ ਮੁੜ ਕੇ ਅਸੀਂ ਨਾ ਅੱਗੇ ਬੇਨਤੀ ਕੀਤੀ ਕਿ ਸਰ ਜੀ ਸਾਡੇ ਨਾਲ ਵਧੀਕੀ ਹੋ ਰਹੀ ਆ। DSP ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਕਿ ਮੈਂ ਤੁਹਾਡੇ ਨਾਲ ਨਹੀਂ ਧੱਕਾ ਹੋਣ ਦਿਆਂਗੇ। ਕੱਲ੍ਹ ਸਾਡੇ ਨਾਲ ਇਹਨਾਂ ਨੇ ਇੱਕ ਮੀਟਿੰਗ ਕੀਤੀ ਆ, ਉਹਦੇ ਵਿੱਚ ਕਹਿੰਦੇ ਕਿ ਅਸੀਂ ਰਿਟਨ ਵਿੱਚ ਦੇਵਾਂਗੇ, ਪਰ ਉਹ ਰਿਟਨ ਵਿੱਚ ਕੱਲ੍ਹ ਸਾਡੇ ਨਾਲ ਅੱਜ ਦਾ ਟਾਈਮ ਰੱਖਿਆ ਸੀ SDM ਸਾਹਿਬ ਦੇ। ਹੁਣ ਫਿਰ ਮੀਟਿੰਗ ਹੋਈ ਆ, ਉਹਦੇ ਵਿੱਚ ਸਾਨੂੰ ਜਿਵੇਂ ਗੱਲਾਂ ਬਾਤਾਂ ਵਿੱਚ ਸਾਰ ਦਿੱਤਾ ਗਿਆ, ਕੋਈ ਰਿਟਨ ਨਹੀਂ ਮਿਲਿਆ ਹਲੇ ਤੱਕ। ਸਾਨੂੰ ਹਲੇ ਵੀ ਕੋਈ ਭਰੋਸਾ ਬਹੁਤਾ ਜ਼ਿਆਦਾ ਨਹੀਂ ਆ ਕਿ ਕੀ ਹੋ ਸਕਦਾ ਇਹਦੇ ਬਾਰੇ। ਸਾਨੂੰ ਕਹਿ ਦਿੱਤਾ ਕਿ ਤੁਹਾਨੂੰ ਰਿਟਨ 'ਚ ਦੇਵਾਂਗੇ, ਜਿਹੜੇ ਪਰਚੇ ਤੁਹਾਡੇ ਕੈਂਸਲ ਕੀਤੇ ਜਾਣਗੇ। ਅਸੀਂ ਉਸ ਚੀਜ਼ 'ਤੇ ਬਹੁਤਾ ਹਲੇ ਵਿਸ਼ਵਾਸ ਨਹੀਂ ਕਰਦੇ ਜਦ ਤੱਕ ਸਾਨੂੰ ਰਿਟਨ ਵਿੱਚ ਨਹੀਂ ਮਿਲਦਾ ਜੀ। ਠੇਕੇਦਾਰਾਂ ਦੇ ਬੰਦੇ ਸੀ ਨਾਲ, ਜਿਹੜੇ ਉਹਨੇ ਠੇਕੇਦਾਰਾਂ ਨੇ ਗੁੰਡੇ ਰੱਖੇ ਆ, ਨਾਲ ਪ੍ਰਸ਼ਾਸਨ ਸੀ। ਉਹਦੇ ਵਿੱਚ ਜਿਹੜਾ 3-4 ਥਾਣਿਆਂ ਦੀ ਪੁਲਿਸ ਇਕੱਠੀ ਹੋ ਕੇ ਗਈ ਆ। ਫਲੌਰ ਥਾਣੇ ਦਾ SHO, ਗੁਰਾਇਆ ਥਾਣੇ ਦਾ SHO, ਬਰਾਮ ਥਾਣੇ ਦਾ SHO, ਅਪਰੇ ਚੌਂਕੀ ਦਾ ASI, ਲਸਾੜੇ ਚੌਂਕੀ ਦਾ ASI, ਘੱਟ ਤੋਂ ਘੱਟ ਬਿਲਗੇ ਦਾ SHO। ਇਹਨਾਂ ਪੁਲਿਸ ਕਈਆਂ ਥਾਣਿਆਂ ਦੀ ਇਕੱਠੀ ਕਰਕੇ ਸਾਨੂੰ ਚੁੱਕਣ ਵਾਸਤੇ ਦਿਨ ਦੇ 2 ਵਜੇ ਜਾ ਕੇ ਸਾਡੇ ਘਰੇ ਰੇਡ ਕੀਤੀ ਇਹਨਾਂ ਨੇ ਔਰ ਸਾਡੇ ਘਰਾਂ ਦੇ ਨੁਕਸਾਨ ਵੀ ਕੀਤੇ, ਕੋਲ ਗਾਲੀ ਗਲੋਚ ਵੀ ਕੀਤੇ। ਹੱਲੇ ਤੱਕ ਉਹਨਾਂ ਬੰਦਿਆਂ ਤੇ ਕੋਈ ਕਾਰਵਾਈ ਨਹੀਂ ਹੋਈ ਆ। ਅਸੀਂ ਕੋਈ ਬੰਦਾ ਪਿੰਡ ਦਾ ਮੋਹਤਬਾਰ ਨਹੀਂ ਲਿਆ।
ਆਪਣੀ ਮਰਜ਼ੀ ਨਾਲ ਜਾ ਕੇ ਮੂਹਰੇ ਗੁੰਡੇ ਇਹਨਾਂ ਦੇ ਠੇਕੇਦਾਰਾਂ ਦੇ ਦੌੜੇ ਜਾਂਦੇ ਆ, ਉਹਨਾਂ ਨੇ ਲੋਕ ਤੋੜਿਆ ਤੇ ਪੁਲਿਸ ਮਗਰ ਤਲਾਸ਼ੀ ਕਰਦੀ ਜਾਂਦੀ ਆ। ਸਾਨੂੰ ਇਹ ਨਹੀਂ ਪਤਾ ਕਿ ਸਾਡੇ ਘਰ ਕੁਝ ਚੀਜ਼ ਰੱਖ ਕੇ ਵੀ ਨਜਾਇਜ਼ ਪਰਚਾ ਪਾ ਸਕਦੇ ਆ ਠੇਕੇਦਾਰ ਵੀ ਔਰ ਪ੍ਰਸ਼ਾਸਨ ਵੀ। ਉਹਦੇ ਉੱਤੇ ਜਿਹੜੀ ਸਾਡੀਆਂ ਸਰਕਾਰਾਂ ਦੇ ਲੀਡਰ ਆ ਉਹ ਵੀ ਉਹਨਾਂ ਦੀ ਸਹਿ ਤੇ ਠੇਕੇਦਾਰਾਂ ਦੇ ਟੱਕ ਚੱਲਦੇ ਆ, ਪ੍ਰਸ਼ਾਸਨ ਉਹਨਾਂ ਦੇ ਦਬਾਅ ਥੱਲੇ ਆ। ਸਾਨੂੰ ਕੋਈ ਇਨਸਾਫ ਮਿਲਣ ਦੀ ਹੱਲੇ ਤੱਕ ਉਮੀਦ ਨਹੀਂ ਆ। ਕੀ ਪਤਾ ਨਹੀਂ ਜੇ ਅੰਦਰ ਜਦੋਂ ਮੇਰੇ ਬਜ਼ੁਰਗ ਨੇ ਜਾਂ ਇਹਨਾਂ ਦੇ ਘਰ ਦੀ ਨੇ ਕਹਿਤਾ ਵੀ ਘਰ ਨਹੀਂ ਆ ਤੇ ਸਾਡੇ ਕਮਰਿਆਂ ਦੇ ਲੋਕ ਤੋੜਨ ਦਾ ਕਾਰਨ ਕਿਸ ਤਰ੍ਹਾਂ, ਇਸ ਗੱਲ ਨੂੰ ਆਪ ਪੁੱਛਦੇ ਆ ਅਫਸਰਾਂ ਨੂੰ। ਉਹਨਾਂ ਨੇ ਸਾਨੂੰ ਕੋਈ ਇਸ ਗੱਲ ਦਾ ਜਵਾਬ ਵਧੀਆ ਢੰਗ ਨਾਲ ਨਹੀਂ ਮਿਲਿਆ। ਸੇਲਕਿਆਣੇ ਦੇ ਵਿੱਚ 8 ਤਰੀਕ ਨੂੰ ਮੁਕੱਦਮਾ ਜਿਹੜਾ ਮਾਈਨਿੰਗ ਵਾਲਿਆਂ ਦੇ ਕਹਿਣ ਤੇ ਜਿਹੜੇ ਠੇਕੇਦਾਰ ਆ ਸਾਡੇ ਜਿਹੜੇ ਉੱਥੇ ਦੇ ਵਸਨੀਕ ਆ 8 ਵਿਅਕਤੀ, ਮੌਜੂਦਾ ਸਰਪੰਚ ਦੇ ਪਤੀ ਤੇ ਦਾਰਾ ਰਾਮ ਜੀ, ਹਰਬੰਸ ਜੀ, ਸੂਪਾ ਜੀ ਜਾਂ ਸੋਨੂ ਪੰਚ, ਮਿਸਰੀ ਰਾਮ, ਅਮਰੀਕ ਸਿੰਘ, ਹੈਪੀ ਜੀ ਤੇ ਜਿਹੜਾ ਮੁਕੱਦਮਾ ਦਿੱਤਾ ਉਹਦੇ ਸੰਬੰਧ 'ਚ ਅਸੀਂ ਅੱਜ ਐਸਡੀਐਮ ਸਾਹਿਬ ਤੇ ਡੀਐਸਪੀ ਫਲੋਰ ਔਰ ਮਾਈਨਿੰਗ ਦਾ ਜਿਹੜਾ ਐਕਸੀਅਨ ਆ ਗਰਚਾ, ਉਹਨਾਂ ਨਾਲ ਮੀਟਿੰਗ ਕੀਤੀ ਆ ਕਿ ਜਿਹੜੀ ਇੱਥੇ ਮਾਈਨਿੰਗ ਹੋ ਰਹੀ ਆ ਔਰ ਧੱਕੇ ਦੇ ਨਾਲ ਸੇਲਕਿਆਣਾ ਦੇ ਵਿੱਚ ਜਿਹੜਾ ਉਹ ਟਰੈਕਟਰ ਟਰਾਲੀਆਂ ਜਾਂ ਵੱਡੇ ਟਿੱਪਰ ਕੱਢੇ ਜਾ ਰਹੇ ਆ, ਜਿਨ੍ਹਾਂ ਇਲਾਕੇ ਦੇ ਔਰ ਪਿੰਡ ਦੇ ਲੋਕਾਂ ਨੂੰ ਜਿਹੜਾ ਉਹ ਜਾਨ ਮਾਲ ਦਾ ਖਤਰਾ ਬਣਿਆ ਹੋਇਆ ਔਰ ਜਿਹੜਾ ਬੰਨ ਕਮਜ਼ੋਰ ਹੋ ਰਿਹਾ ਆ, ਬੰਨ ਦੇ ਨਾਲ ਜਿਹੜਾ ਉੱਥੇ ਹੜ੍ਹ ਆਉਣ ਦਾ ਵੀ ਖਤਰਾ ਔਰ ਜ਼ਮੀਨਾਂ ਨੂੰ ਵੀ ਖਤਰਾ ਆ। ਉਹ ਸਾਰੇ ਇਸ਼ੂਆਂ ਨੂੰ ਲੈ ਕੇ ਅਸੀਂ ਜਿਹੜਾ ਅੱਜ ਮਿਲੇ ਸੀਗੇ ਤੇ ਐਸਡੀਐਮ ਸਾਹਿਬ ਨੇ ਭਰੋਸਾ ਦਿਵਾਇਆ ਕਿ ਜਿਹੜਾ ਮੁਕੱਦਮਾ ਆ ਉਹ ਕੈਂਸਲ ਕੀਤਾ ਜਾਵੇਗਾ ਔਰ ਜਦ ਤੱਕ ਪਿੰਡ ਵਾਲੇ ਨਹੀਂ ਕਹਿਣਗੇ ਉਦੋਂ ਤੱਕ ਉੱਥੇ ਕੋਈ ਵੀ ਮਾਈਨਿੰਗ ਨਹੀਂ ਕੀਤੀ ਜਾਊਗੀ। ਕਿਉਂਕਿ ਸਰਕਾਰ ਨੇ ਰੇਤੇ ਦੀ ਸਸਤੇ ਦੀ ਪ੍ਰਪੋਜ਼ਲ ਤਾਂ ਕੀਤੀ ਹੈਗੀ ਆ, ਪਰ ਜਿਹੜਾ ਮਾਈਨਿੰਗ ਵਾਲਾ ਉਹਨਾਂ ਦਾ ਸਿਸਟਮ ਆ ਜਾਂ ਰਾਹਾਂ ਵਾਲਾ ਸਿਸਟਮ ਆ ਉਹ ਕਿਤੇ ਨਾ ਕਿਤੇ ਕਿਸਾਨਾਂ ਨੂੰ ਪ੍ਰਭਾਵਿਤ ਕਰਦਾ ਔਰ ਪਿੰਡ ਵਾਸੀਆਂ ਨੂੰ, ਇਲਾਕੇ ਨੂੰ ਪ੍ਰਭਾਵਿਤ ਕਰਦਾ ਹੈਗਾ। ਉਹਦੇ ਦੇ ਵਿੱਚ ਜਿਹੜਾ ਇਲਾਕੇ 'ਚ ਬੜਾ ਰੋਸ ਆ ਔਰ ਅੱਜ ਅਸੀਂ ਆਪਣਾ ਜਿਹੜਾ ਰਿਜੈਂਟਮੈਂਟ ਆ ਉਹ ਮਾਨਯੋਗ ਐਸਡੀਐਮ ਸਾਹਿਬ ਰਾਹੀਂ ਪੰਜਾਬ ਸਰਕਾਰ ਨੂੰ ਭਿਜਵਾਈ ਹੈਗੀ ਆ ਔਰ ਜਲਦ ਤੋਂ ਜਲਦ ਅਸੀਂ ਜਿਹੜਾ ਸਰਕਾਰ ਕੋਲੋਂ ਮੰਗ ਕਰਦੇ ਹਾਂ ਮੁਕੱਦਮਾ ਕੈਂਸਲ ਕੀਤਾ ਜਾਵੇ। ਅਗਰ ਜਿਹੜਾ ਮੁਕੱਦਮਾ ਕੈਂਸਲ ਨਹੀਂ ਹੋਊਗਾ ਤਾਂ ਮੁਕੰਮਲ ਤੌਰ ਤੇ ਜਿਹੜਾ ਅਸੀਂ ਮਾਨਯੋਗ ਜਿਹੜਾ ਉਹ ਡੀਐਸਪੀ ਸਾਹਿਬ ਦਫ਼ਤਰ ਦੇ ਮੂਹਰੇ ਪੱਕਾ ਧਰਨਾ, ਜਿਹੜਾ ਪੱਕਾ ਮੋਰਚਾ ਲਾ ਕੇ ਜਿਹੜਾ ਅਸੀਂ ਅਗਲਾ ਸੰਘਰਸ਼ ਕਰਾਂਗੇ, ਕਿਉਂਕਿ ਇਹ ਬਿਲਕੁਲ ਬੇਨਿਆਈ ਆ ਔਰ ਧੱਕਾ ਆ, ਜ਼ੁਲਮ ਆ ਜਿਹੜਾ ਜਿਹੜੇ ਲੋਕ ਸੰਘਰਸ਼ ਕਰ ਰਹੇ ਆ ਔਰ ਉਹਨਾਂ ਦੇ ਖਿਲਾਫ ਜਿਹੜਾ ਆ ਝੂਠਾ ਮੁਕੱਦਮਾ ਦਿੱਤਾ ਗਿਆ। ਪਰਚਾ ਕੈਂਸਲ ਹੋਣ ਦਾ ਕੋਈ ਟਾਈਮ ਟੇਬਲ ਦਿੱਤਾ? ਪਰਚਾ ਤਾਂ ਲੀਗਲੀ ਪ੍ਰੋਸੈਸ ਅਸੀਂ ਆਪ ਖੁਦ ਅਡਾਪਟ ਕਰ ਰਹੇ ਹਾਂ, ਐਪਲੀਕੇਸ਼ਨ ਮੂਵ ਕਰਕੇ। ਤੇ ਜੇ 2-4-5 ਦਿਨ 'ਚ ਨਹੀਂ ਹੋਊਗਾ ਤਾਂ ਫਿਰ ਸਾਨੂੰ ਜਿਹੜਾ ਅਗਲਾ ਸਟੈਪ ਅਸੀਂ ਅਡਾਪਟ ਕਰਾਂਗੇ। ਆਹ ਰੋਕਣ ਦੇ ਲਈ ਸਰਕਾਰ ਨੇ ਜਿਹੜਾ ਉਹ ਜੋ ਉਹਨਾਂ ਨੇ ਕਿਸੇ ਠੇਕੇਦਾਰ ਦੇ ਕਰਿੰਦੇ ਨੇ ਜਿਹੜਾ ਕੋਈ ਸਟੇਟਮੈਂਟ ਦਿੱਤੀ ਸੀਗੀ ਇੱਕ ਐਪਲੀਕੇਸ਼ਨ ਡੀਸੀ ਸਾਹਿਬ ਨੂੰ, ਉਹਨਾਂ ਰਾਹੀਂ ਜਿਹੜਾ ਆ ਉਹ ਰਿਕਮੈਂਡੇਸ਼ਨ ਹੋ ਕੇ ਥੱਲੇ ਜਿਹੜਾ ਪੁਲਿਸ ਨੇ ਬਿਨਾਂ ਕਿਸੇ ਇਨਕੁਆਇਰੀ ਕੀਤੀ ਤੇ ਜਿਹੜਾ ਮੁਕੱਦਮਾ ਦੇ ਦਿੱਤਾ ਹੈਗਾ। ਤੇ ਪ੍ਰਸ਼ਾਸਨ ਤਾਂ ਠੇਕੇਦਾਰ ਪ੍ਰਸ਼ਾਸਨ ਦਾ ਜਿਹੜਾ ਆ ਉਹ ਕਿਤੇ ਨਾ ਕਿਤੇ ਪ੍ਰਸ਼ਾਸਨ ਜਿਹੜਾ ਆ ਉਹ ਪ੍ਰੈਸ਼ਰਾਈਜ਼ ਹੈਗਾ ਠੇਕੇਦਾਰਾਂ ਦੇ ਥੱਲੇ ਲੱਗਾ ਹੋਇਆ, ਤਦ ਹੀ ਸਾਰੀਆਂ ਪ੍ਰੋਬਲਮਸ ਆ ਰਹੀਆਂ। ਕਿਤੇ ਨਾ ਕਿਤੇ ਠੇਕੇਦਾਰ ਇੱਥੇ ਰੇਤ ਕਿੰਗ ਆ, ਰੇਤ ਮਾਫੀਆ ਦੇ ਲੋਕ ਆ, ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੋਕ ਆ, ਕਿਸੇ ਇੱਕ ਧਿਰ ਦੇ ਲੋਕ ਨਹੀਂ ਹੈਗੇ। ਸਾਰੇ ਜਿਹੜੇ ਵੱਡੇ ਕਿੰਗ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ 500 ਟਿੱਪਰ ਵੀ ਜਿਹੜਾ ਸਟਾਕ ਕੀਤਾ ਰੱਖਿਆ ਗਿਆ, ਉਹ ਸਾਰੇ ਇਕੱਠੇ ਹੋ ਕੇ ਜਿਹੜਾ ਉਹ ਦਬਾਉਣ ਡਏ ਆ ਔਰ ਇਹ ਵਿਚਾਰੇ ਗਰੀਬਾਂ ਦੇ ਨਾਲ ਧੱਕਾ। ਉਹਨਾਂ ਕੋਲ ਠੇਕੇਦਾਰ ਆਪਣੇ ਡਾਕੂਮੈਂਟਸ ਦਿਖਾਉਣ ਵੀ ਲੀਗਲ ਕਰ ਰਹੇ ਕਿ ਅਨਲੀਗਲ ਕਰ ਰਹੇ। ਜੇ ਅਨਲੀਗਲ ਕਰ ਰਹੇ ਤਾਂ ਪੁਲਿਸ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰੂ। ਉਹਨਾਂ ਨੇ ਕੋਈ ਖੱਡਾਂ ਦੀ ਤਾਂ ਅਲੋਟਮੈਂਟ ਹੋਈ ਹੈਗੀ ਹੈ, ਚਾਹੇ ਉਹ ਇੱਧਰ ਉੱਧਰੋਂ ਕਰ ਰਹੇ ਆ ਤਾਂ ਫਿਰ ਉਹ ਗਲਤ ਕਰ ਰਹੇ ਹੈਗੇ ਸਕਦੇ ਆ, ਦੇ ਰਹੇ ਆ ਉਹ। ਪਰ ਜਿਹੜਾ ਉਹ ਜੇ ਜਿੱਥੋਂ ਜਿਨ੍ਹਾਂ ਨੰਬਰਾਂ 'ਚੋਂ ਰੇਤਾ ਚੱਕਣਾ ਚਾਹੀਦਾ ਹੈ, ਜੇ ਉਹਨਾਂ 'ਚੋਂ ਨਹੀਂ ਚੱਕ ਰਹੇ, ਕਿਸੇ ਹੋਰ ਪਾਸਿਓਂ ਚੱਕ ਰਹੇ ਆ, ਤਾਂ ਇਹ ਵੀ ਦੇਖਣਾ ਪਊਗਾ ਕਿ ਰੇਤਾ ਚੱਕਣ ਦਾ ਠੇਕਾ ਆ ਕਿ ਉੱਥੇ ਦੀ ਸਫਾਈ ਦਾ ਠੇਕਾ, ਜਿਹੜੀ ਅੰਦਰ ਮਿੱਟੀ ਆ ਜਿਹਦੇ ਕਰਕੇ ਪਾਣੀ ਦਾ ਵਹਾਅ ਚੇਂਜ ਹੋ ਰਿਹਾ ਉਹਦਾ ਠੇਕਾ ਆ। ਉਹਦੇ ਮੁਤਾਬਕ ਜੇ ਉਹ ਕੰਮ ਕਰ ਰਹੇ ਆ ਫਿਰ ਤਾਂ ਸਹੀ ਆ, ਜੇ ਨਹੀਂ ਕਰ ਰਹੇ ਤਾਂ ਉਹ ਕਿਤੇ ਨਾ ਕਿਤੇ ਜਿਹੜਾ ਉਹ ਗਲਤ ਕਰ ਰਹੇ। ਤਾਂ ਉਹ ਮਾਈਨਿੰਗ ਵਾਲੇ ਜਿਹੜੇ ਬੰਦੇ ਇੱਥੋਂ ਮਾਈਨਿੰਗ ਕਰ ਰਹੇ ਆ ਉਹਨਾਂ ਦੇ ਖਿਲਾਫ ਵੀ ਜਿਹੜਾ ਸਰਕਾਰ ਨੂੰ ਮੁਕੱਦਮਾ ਦੇਣਾ ਚਾਹੀਦਾ। ਇੱਕ ਡੀਸਿਲਟਿੰਗ ਦੀ ਸਾਈਟ ਅਪਰੂਵ ਕੀਤੀ ਹੋਈ ਹੈ ਪੰਜਾਬ ਸਰਕਾਰ ਨੇ, ਉੱਥੋਂ ਜਿਹੜੀਆਂ ਵਹੀਕਲਸ ਨੇ ਉਹ ਨਿਕਲ ਕੇ ਸਿਲਕਿਆਣਾ ਪਿੰਡ ਦੇ ਵਿੱਚੋਂ ਨਹੀਂ ਨਿਕਲਦੀਆਂ। ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਵੀ ਅਸੀਂ ਉੱਥੇ ਇੱਕ ਪ੍ਰੋਪਰ ਜਿਹੜਾ ਰਾਹ ਜਿੱਥੋਂ ਠੇਕੇਦਾਰ ਕੱਢਦਾ ਸੀਗਾ ਤਾਂ ਉਹਦੇ ਉੱਤੇ ਕੋਈ ਪ੍ਰੋਬੈਬਲੀ ਕਬਰਾਂ ਬਣੀਆਂ ਹੋਈਆਂ ਨੇ ਜਿਹਦੇ ਕਰਕੇ ਅਸੀਂ ਉੱਥੋਂ ਅਲਾਉ ਨਹੀਂ ਕਰਨੇ ਵਹੀਕਲਸ। ਸਾਡੇ ਕੋਲੇ ਮਤਲਬ ਡੀਸੀ ਸਰ ਨੂੰ ਇੱਕ ਜਿਹੜੀ ਫਰਮ ਹੈਗੀ ਹੈ ਜਿਹਨੂੰ ਸੈਂਡ ਮਾਈਨਿੰਗ ਦਾ ਕੰਮ ਅਲਾਟ ਹੋਇਆ ਸੀਗਾ ਜਾਂ ਡੀਸਿਲਟਿੰਗ ਦਾ ਕੰਮ ਅਲਾਟ ਹੋਇਆ ਸੀ, ਉਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਸੀ ਜਿਹਦੇ ਬੇਸ ਦੇ ਉੱਤੇ ਉਹਨਾਂ ਨੇ ਐਕਸੀਅਨ ਮਾਈਨਿੰਗ ਤੋਂ ਕਮੈਂਟਸ ਲਏ। ਉਹਦੇ ਆਧਾਰ ਦੇ ਉੱਤੇ ਐਂਡ ਹੀ ਸੈਂਟ ਦੈਟ ਟੂ ਐਸਐਸਪੀ ਜਲੰਧਰ। ਉਹਦੇ ਬੇਸ ਦੇ ਉੱਤੇ ਇੱਕ ਇਹਨਾਂ ਨੇ FIR ਲੌਂਚ ਕੀਤੀ ਹੈ ਵੀ ਆਹ ਬੰਦੇ ਜਿਹੜੇ ਹੈਗੇ ਨੇ ਇਹ ਉਹਨਾਂ ਦਾ ਜਿਹੜਾ ਡੀਸਿਲਟਿੰਗ ਆਪਰੇਸ਼ਨ ਹੈ ਉਹਦੇ ਵਿੱਚ ਵਾਧਾ ਪਾ ਰਹੇ। ਸੋ ਲੋਕਾਂ ਦੀ ਇਹ ਮੰਗ ਸੀਗੀ ਵੀ ਇਹ ਜਿਹੜਾ ਡੀਸਿਲਟਿੰਗ ਦਾ ਜਿਹੜਾ ਕੰਮ ਹੈਗਾ ਇਹ FIR ਜਿਹੜੀ ਹੈਗੀ ਇਹ ਗਲਤ ਲੌਂਚ ਹੋਈ ਹੈ। ਸੋ DSP ਸਾਹਿਬ ਵੀ ਕੱਲ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਆਏ ਨੇ ਐਂਡ ਅਸੀਂ ਉਹਨਾਂ ਨੂੰ ਇਹ ਆਸ਼ਵਾਸਨ ਦਿੱਤਾ ਹੈ
ਵੀ ਜਿਹੜੀ ਵੀ ਆ ਤੁਹਾਡੀ ਮੰਗ ਹੈਗੀ ਹੈ ਵੀ ਇਲੀਗਲ ਹੈ ਜਾਂ ਅਸੀਂ ਉੱਥੇ ਰਾਹ ਨਹੀਂ ਹੈਗਾ, ਇਹਨੂੰ ਕੰਸੀਡਰ ਕਰਦੇ ਹੋਏ ਜੋ ਵੀ FIR ਦੇ ਉੱਤੇ ਲੌਜੀਕਲ ਚੀਜ਼ ਹੈਗੀ ਉਹ ਕੀਤੀ ਜਾਊਗੀ। ਸੈਕੰਡਲੀ DSP ਸਾਹਿਬ ਨੇ ਉਹਨਾਂ ਨੂੰ ਇਹ ਵੀ ਅਸ਼ੋਰ ਕਰਵਾਇਆ ਵੀ ਦੇਅਰ ਵੁੱਡ ਬੀ ਨੋ ਰੇਡਸ। ਜਿਹੜੇ ਉਹਨਾਂ ਨੂੰ ਇਹ ਸੀਗਾ ਵੀ ਸਾਨੂੰ ਉੱਥੇ ਰੇਡ ਕਰਕੇ ਸਾਨੂੰ ਉੱਥੇ ਬੇਸਡ ਕਰਨਗੇ। ਜਦੋਂ ਸਾਰੇ ਦੇ ਸਾਰੇ ਬੰਦੇ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਪਰਚੇ ਦਰਜ ਸੀਗੇ ਉਹ ਅੱਜ ਇੱਥੇ ਮੀਟਿੰਗ ਦੇ ਵਿੱਚ ਵੀ ਉਹ ਆਏ ਸੀਗੇ। ਸੋ ਉਸ ਤੋਂ ਇਲਾਵਾ ਉਹਨਾਂ ਦੀਆਂ 1-2 ਮੰਗਾਂ ਹੋਰ ਸੀਗੀਆਂ, ਜਿਵੇਂ ਕਿ ਉਹ ਕਹਿ ਰਹੇ ਆ ਵੀ ਉੱਥੇ ਜਿਹੜਾ ਡੀਸੈਲਟਿੰਗ ਦਾ ਕੰਮ ਹੈਗਾ ਉਹਦੇ ਵਿੱਚ ਪ੍ਰੋਬੈਬਲੀ ਸੈਂਟਰ ਦੇ ਵਿੱਚ ਇੱਕ ਆਈਲੈਂਡ ਜਿਹਾ ਬਣਿਆ ਹੋਇਆ ਉਹਨੂੰ ਚੱਕਿਆ ਜਾਵੇ, ਜਿਹੜਾ ਕਿ ਉਹ ਕਹਿੰਦੇ ਵੀ ਹਜੇ ਤੱਕ ਨਹੀਂ ਚੱਕਿਆ ਗਿਆ। ਇਹਦੇ ਬਾਰੇ ਅਸੀਂ ਐਕਸ਼ਨ ਗੁਰਤੇਜ ਚਰਚਾ ਨੇ ਉਹ ਵੀ ਅੱਜ ਬੁਲਾਏ ਹੋਏ ਸੀਗੇ ਇੱਥੇ। ਉਹਨਾਂ ਨੂੰ ਅਸ਼ੋਰ ਕਰਵਾਇਆ ਵੀ ਜਦੋਂ ਇਹ ਕੰਮ ਹੈਗਾ ਇਹਨੂੰ ਵੀ ਜਿਹੜੀ ਉੱਥੇ ਆਈਲੈਂਡ ਬਣ ਗਿਆ ਡੈਪੋਜੀਸ਼ਨ ਦਾ ਉਹਨੂੰ ਚੁਕਵਾ ਦਿੱਤਾ ਜਾਊਗਾ। ਸੋ ਦਿਸ ਇਜ਼ ਇਟ। ਪਰਚਾ ਜਿਹੜਾ ਰੱਦ ਕਰਨਾ ਹੈਗਾ ਉਹਨਾਂ ਦੇ ਜਿਹੜਾ ਹੈਗਾ ਇਟ ਇਜ਼ ਸਮਥਿੰਗ ਵਿਚ ਕੈਨ ਬੀ ਟੋਲਡ ਓਨਲੀ ਬਾਏ DSP ਸਾਹਿਬ, ਕਿਉਂਕਿ ਸਾਰੇ ਦੀ ਸਾਰੀ ਜਿਹੜੀ ਡੋਮੇਨ ਹੈਗੀ FIR ਲੌਜ ਕਰਨ ਦੀ ਜਾਂ ਜੀ ਅਲਟੀਮੇਟਲੀ ਉਹਦੀ ਕੈਂਸਲੇਸ਼ਨ ਹੈਗੀ ਹੈ ਅਪੋਨ ਵੈਰੀਫਿਕੇਸ਼ਨ ਆਫ ਫੈਕਟਸ, ਇਹ ਜਿਹੜਾ ਹੈਗਾ ਸਾਰੇ ਦਾ ਸਾਰਾ ਕੰਮ ਕਰ DSP। ਉਹਨਾਂ ਨੇ ਅੱਜ ਆਪਦੀ ਇੱਕ ਜਿਹੜੀ ਸੀਗੀ ਮੇਰੇ ਕੋਲ ਪਈ ਹੈ, ਉਹਨਾਂ ਦੇ 'ਚ ਇੱਕ ਦਾਰਾ ਰਾਮ ਜੀ ਨੇ ਉਹਨਾਂ ਨੇ ਆਪਦੇ ਹਾਂਜੀ ਇੱਕ ਲੈਟਰ ਲਿਖੀ ਹੈ ਉਹਨਾਂ ਨੇ ਮੈਨੂੰ ਵੀ ਆ 2 ਬੰਦਿਆਂ ਵੱਲੇ, ਇੱਕ ਹੈਗਾ ਕਾਕਾ ਪੁੱਤਰ ਦਲਜੀਤ ਸਿੰਘ, ਇਹਨਾਂ ਨੇ ਵੀ ਮੇਰੇ ਨਾਲ ਬਦਤਮੀਜ਼ੀ ਕੀਤੀ ਹੈ। ਸੋ ਇਹਨਾਂ ਨੇ ਇਹਦੀ ਇੱਕ ਕਾਪੀ ਜਿਹੜੀ ਹੈਗੀ ਹੈ, ਇੱਕ ਕਾਕਾ ਸਿੰਘ ਹੈ ਇੱਕ ਹਰਬੰਸ ਸਿੰਘ ਹੈ, 2 ਜਣਿਆਂ ਨੇ ਦਰਖਾਸਤ ਦਿੱਤੀ ਹੈ ਸਾਨੂੰ। ਸੋ ਇਹ ਜਿਹੜੀ ਦਰਖਾਸਤ ਹੈਗੀ ਇਹਨਾਂ ਨੇ ਇੱਕ ਕਾਪੀ ਮੈਨੂੰ ਦੇ ਕੇ ਗਏ, ਇੱਕ ਕਾਪੀ ਇਹਦੀ DSP ਸਾਹਿਬ ਨੂੰ ਦੇ ਕੇ ਗਏ ਨੇ। ਸੋ ਵੀ ਆਰ ਫਾਰਵਰਡਿੰਗ ਦਿਸ ਟੂ ਦਾ DSP ਫਲੋਰ। ਇਹਦੇ ਤੇ ਆਪਣੀ ਇਨਵੈਸਟੀਗੇਸ਼ਨ ਕਰਕੇ ਜੋ ਵੀ FIR ਹੈ। ਮਾਈਨਿੰਗ ਬੇਸਿਕਲੀ ਜਿਹੜੀ ਹੈਗੀ ਇਟਸ ਅ ਡੀਸਲਟਿੰਗ ਵਰਕ। ਜਿੰਨੀ ਦੇਰ ਤੱਕ ਆ ਇੱਕ ਵਾਰ ਜਿਹੜਾ ਇਹ ਮੈਟਰ ਹੈਗਾ ਜਿਹੜੇ ਲੋਕਾਂ ਦੇ ਇਸ ਟਾਈਮ ਟੈਂਪਰਸ ਹੈਗੇ ਨੇ ਉਹ ਥੋੜ੍ਹੇ ਜਿਹੇ ਰੇਜ਼ਡ ਹੁੰਦੇ ਨੇ। ਸੋ ਵੀ ਵੁੱਡ ਟਰਾਈ ਟੂ ਸੌਰਟ ਇਟ ਆਊਟ ਜੋ ਵੀ ਹੈਗਾ। ਉਸ ਤੋਂ ਬਾਅਦ ਐਮੀਕੇਬਲ ਸੋਲੂਸ਼ਨ ਤੋਂ ਬਾਅਦ ਜਿੰਨੀ ਦੇਰ ਤੱਕ ਸਪੈਸ਼ਲੀ ਜਿਹੜੇ ਇਰੀਗੇਸ਼ਨ ਤੇ ਮਾਈਨਿੰਗ ਵਾਲੇ ਬੰਦੇ ਨੇ ਅਲਟੀਮੇਟਲੀ ਪਿੰਡ ਵਾਲਿਆਂ ਨੂੰ ਜਿਹੜੀਆਂ ਉਹਨਾਂ ਦੀਆਂ ਐਪਰੀਹੈਂਸ਼ਨਸ ਨੇ ਉਹਨਾਂ ਨੂੰ ਦੂਰ ਨਹੀਂ ਕਰਦੇ ਉਨੀ ਦੇਰ ਤੱਕ ਫਿਲਹਾਲ ਇਟ ਇਜ਼ ਨਾਟ ਗੋਇੰਗ ਟੂ ਬੀ। ਸਰ ਜਿਹੜੇ ਪਰਚੇ ਇਹ ਜਿਹੜਾ ਹੈਗਾ ਮਾਮਲਾ ਇੱਥੇ ਜਿਹੜਾ ਰੇਪ ਕੰਟਰੈਕਟਰ ਨੇ ਉਹਨਾਂ ਨੇ ਇੱਕ ਜਿਹੜੀ ਸੀਗੀ ਆਪਣੀ ਐਪਲੀਕੇਸ਼ਨ ਦਿੱਤੀ ਸੀ ਉਹਦੇ 'ਤੇ ਦਰਜ ਹੋਇਆ, ਉਹਦੇ ਵਿੱਚ ਜਿਨ੍ਹਾਂ 'ਤੇ ਦਰਜ ਹੋਇਆ ਤੇ ਉਹਨਾਂ ਨੇ ਕਿਹਾ ਵੀ ਸਾਡੇ 'ਤੇ ਇਹ ਜਿਹੜਾ ਪਰਚਾ ਇਹ ਗਲਤ ਦਰਜ ਹੋਇਆ। ਉਹ ਆਪਣੀ ਜੋ ਵੀ ਆ ਲਿਖ ਕੇ ਸਾਨੂੰ ਦੇਣਗੇ। ਦੈਨ ਵੀ ਵਿਲ ਕੰਟੈਕਟ ਵਿਦ ਆਵਰ ਸੀਨੀਅਰ ਆਫੀਸਰ, ਦੈਨ ਵੀ ਵਿਲ ਉੱਤੇ ਜੋ ਵੀ ਹੋਊਗੀ ਉਹ ਆਪਾਂ ਕਰ ਦਿਆਂਗੇ। ਤੇ ਕੋਈ ਜਿੰਦੇ ਨਹੀਂ ਤੋੜੇ ਕਿਸੇ ਦੇ ਵੀ, ਜਿੱਦਾਂ ਠੀਕ ਹੈ ਰੇਡ ਕੀਤਾ, ਕੋਈ ਇੱਦਾਂ ਦੀ ਗੱਲ ਨਹੀਂ ਵੀ ਜਿੰਦੇ ਤੋੜ ਕੇ ਕੀਤਾ ਜਾਂ ਕੋਈ ਗੱਲ ਆ। ਬਾਕੀ ਫਿਰ ਵੀ ਉਹਨਾਂ ਨੇ ਇੱਕ ਐਪਲੀਕੇਸ਼ਨ ਜਿਹੜੀ ਹੈਗੀ ਆ ਮੈਨੂੰ ਕਹਿੰਦੇ ਦਿੰਦੇ ਆ, ਆਪਾਂ ਉਹਦੇ ਮੁਤਾਬਕ ਦੇਖ ਲਾਂਗੇ। ਜੇ ਕੋਈ ਲਿਖ ਕੇ ਦਿੰਦੇ ਆ ਹਾਂਜੀ ਤੇ ਲਿਖ ਕੇ ਦੇਣਗੇ ਮੈਨੂੰ ਐਪਲੀਕੇਸ਼ਨ, ਉਸ ਤੋਂ ਬਾਅਦ ਦੇਖ ਦੇਖੋ ਜਿਹੜਾ ਇਹ ਚਿੱਟਾ ਜਾਂ ਕੋਈ ਹੋਰ ਜਿਹੜੀ ਇਸ ਤਰ੍ਹਾਂ ਦੀ ਗੱਲ ਆ, ਅਸੀਂ ਕਦੀ ਕਿਸੇ ਨੂੰ ਫਰੀ ਨਹੀਂ ਕਰਦੇ। ਸਾਨੂੰ ਪਤਾ ਲੱਗਦਾ ਅਸੀਂ ਉਸੇ ਵੇਲੇ ਰੇਡ ਕਰਦੇ, ਬੰਦਾ ਫੜ ਕੇ ਅੰਦਰ ਦਿੰਦੇ ਆ। ਜੇ ਕੋਈ ਕਰੂਗਾ ਆਪਾਂ ਉਹਨੂੰ ਬਿਲਕੁਲ ਫਰੀ ਨਹੀਂ ਕਰਾਂਗੇ। ਜੇ ਕੋਈ ਹੋਰ ਆ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਇੱਦਾਂ ਦੀ ਗੱਲ ਨੋਟਿਸ 'ਤੇ ਆਉਂਦੀ ਆ, ਆਪਾਂ ਬਿਲਕੁਲ ਉਹਦੇ 'ਤੇ ਕੋਈ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤਾਂਗੇ ਤੇ ਆਪਾਂ ਉਹਦੇ ਜਿਹੜੀ ਹੈਗੀ ਆ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਆ ਜ਼ਰੂਰੀ ਹੋਊਗੀ।